गल नहीं करता बापू अपना मोबाइल लेके बैठा पोता अपना बैठा पोता अपना। तुसीं सब तो ज़्यादा लालची लोग हो, गुस्सा ना करो। फ्री चीज़ नूं तां टुट के पै जांदे। पंजाबियों नूं सब तो वध अणखीले कहा गया, पर किहदे प्रति अणखीले? जे तुहाडी भैन लड़ पे सारी उम्र नहीं लाउंदे तुसीं। ਜਿਹੜਾ ਬੰਦਾ ਆਪਣੇ ਆਪਾਂ ਬਾਹਰ नहीं जाना अपने इलाके चो, जे कोई लीडर हैगा ਉਹਦਾ ਪੁੱਤ ਅੱਗੇ ਆਉਂਦਾ ਉਹਨੂੰ ਬਿਲਕੁਲ ਨਕਾਰ। ਜਿਹੜਾ ਸਾਡਾ ਅਣਖ ਸੀ, ਸਾਡਾ ਜਜ਼ਬਾ ਸੀ, ਸਾਡੀ ਜ਼ਮੀਰ ਸੀ, ਸਾਡੇ 'ਚ ਜੁਰਤ ਸੀ ਸੱਚੀ ਗੱਲ ਕਹਿਣ ਦੀ, ਅੱਜ ਅਸੀਂ ਮੂੰਹ ਦੇਖ ਕੇ ਲਾਭਚਾਰੀਆਂ ਕਰਕੇ ਵਿਚਾਰੇ ਬਣ ਗਏ। ਲੋਕ ਹਿੱਤ ਮਿਸ਼ਨ ਵੱਲੋਂ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ ਬਜੀਤਪੁਰ ਵਿਖੇ ਇਕੱਤਰਤਾ, ਮੋਦੀ ਦਾ ਪੁਤਲਾ ਵੀ ਸਾੜਿਆ। ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਲੋਕ ਹਿੱਤ ਮਿਸ਼ਨ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਪਿੰਡ ਬਜੀਤਪੁਰ ਵਿਖੇ ਇਕੱਤਰਤਾ ਕੀਤੀ ਗਈ ਅਤੇ ਮੋਦੀ ਦਾ ਪੁਤਲਾ ਸਾੜਿਆ। ਇਸ ਸੰਬੰਧੀ ਇਲਾਕੇ ਦੇ ਅਤੇ ਵਸਨੀਕਾਂ ਦੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਰਦਾਰ ਪਰਮਿੰਦਰ ਸਿੰਘ ਚਲਾਕੀ, ਰਵਿੰਦਰ ਸਿੰਘ ਪੱਪੀ, ਬਲਜਿੰਦਰ ਸਿੰਘ ਪੰਚੋਲੀ ਤੇ ਗੁਰਮੀਤ ਸਿੰਘ ਮਾਣਕਪੁਰ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਬਿੱਲ ਰੱਦ ਕਰਵਾਉਣ ਹਿੱਤ ਚਾਲੂ ਸੰਘਰਸ਼ ਨੂੰ ਸਫਲਤਾ ਲਈ ਸਿਆਸੀ ਪਾਰਟੀਆਂ ਦਾ ਹੇਜ ਤਿਆਗ ਕੇ ਇੱਕ ਮੰਚ ਇੱਕ ਮੁੱਦੇ ਤੇ ਇਕੱਤਰ ਹੋਣ ਦੀ ਅਪੀਲ ਕੀਤੀ। ਇਸੇ ਤਹਿਤ ਮਿਸ਼ਨ ਵੱਲੋਂ ਲੋਕਾਂ ਦੀ ਜਾਗਰਤੀ ਲਈ ਪਿੰਡਾਂ ਅੰਦਰ ਲਗਾਤਾਰ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਇਸੇ ਦੌਰਾਨ ਹਾਜ਼ਰ ਇਕੱਠ ਵੱਲੋਂ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਔਰਤਾਂ ਵੱਲੋਂ ਮੋਦੀ ਦੇ ਵੈਣ ਪਾਏ ਗਏ। ਪੇਸ਼ ਹੈ ਕੁਰਾਲੀ ਤੋਂ ਪੱਤਰਕਾਰ ਜਗਜੀਤ ਸਿੰਘ ਦੀ ਖਾਸ ਰਿਪੋਰਟ। हमेशा ही असीं कहने हैं कि जट का परिवार ही क्यों करजई है, किसान का परिवार ही क्यों नौकरी तो मुहताज है, मजदूर का परिवार ही क्यों कर्जे के सिर कर्जे हेठ आ रहा है, जां उसका बच्चा ही क्यों नौकरी नहीं करता, जां साडे किसान ते मजदूरों के परिवारों चों बच्चे क्यों नहीं बिजनेस करते। इहदा किते कारण लभ के देखियो, क्योंकि साडे च इस गल की घाट है कि असीं एक चौधर पड़े हुए हैं भी जट जिमीदार है, असीं साड़ी जमीन बहुत महंगी है। जमीन तो महंगी तां जे बेचांगे, जमीन तो उदों महंगी है जो आप बेच के अपने जेब पावांगे। इस करके असीं हमेशा बेनती करते हैं कि अपने आप को समझो, असीं कित्थे खड़े हाँ। साडे नालों लोग जिथे मैं बेचे को कहना भी आड़ती के कोल भी 6 महीने पुत्ता मंग पाली कोई फसल लेके जाने हैं, आड़ती चिट्टी चादर ते बैठा है, तुहाडी फसल नूं बेच के लाखां रुपया कमाउंदा है। करिए करदा कोई आपस च गल्लां, किसी को टाइम है अपने परिवार के नाल बैठण दा? कोई गल नहीं करता। बापू अपना मोबाइल लेके बैठा, पोता अपना बैठा, पोता अपना बैठा। तो दोस्तों पहले तो अपने आप च संपर्क करना सीखो। जदों तुहाडे घर च एका नहीं हैगा, तुसीं बाहर एका मेरे ख्याल तां नहीं कर सकते। कहंदे घर दी फुट जगत दी लुट, तां जगत तां ही तुहानूं लुटदा पछाणदे ने। ते लीडर असीं इत्थे लीडर बनाउने आ बंदिਆਂ ਨੂੰ, ਸਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ। ਉਹਨਾਂ ਨੇ ਕੀ ਕਰਦੇ ਨੇ? ਉਹਨਾਂ ਦੀ ਆਵਾਜ਼ ਉਹ ਹੁੰਦਾ ਵੀ ਸਾਡੇ ਇਕੱਠ ਦੀ ਸਾਰੇ ਬੰਦੇ ਨਹੀਂ ਜਾ ਸਕਦੇ ਕਿਤੇ, ਉਹ ਕੱਲਾ ਲੀਡਰ ਜਾ ਕੇ ਸਾਡੀ ਆਵਾਜ਼ ਬਣੇ, ਪਰ ਉਹ ਬਕਾਊ ਬਣ ਜਾਂਦਾ। ਦੱਸੋ ਆਪਣੇ ਇਲਾਕੇ 'ਚੋਂ ਇੱਕ ਲੀਡਰ ਦਾ ਨਾਂ ਲੈ ਕੇ ਜਿਹੜੇ ਨੇ ਸਾਡੀ ਆਵਾਜ਼ ਉਠਾਈ ਹੋਵੇ। ਸਿਰਫ ਗਨਮੈਨ ਲੈਣੇ ਤੇ ਟੋਲ ਟੈਕਸ ਫ੍ਰੀ ਕਰਾਉਣਾ। ਕੋਈ ਲੰਘਦਾ ਆਪਣਾ ਜਿਹੜਾ ਇੱਥੋਂ ਚੁਣਿਆ ਹੋਇਆ ਐਮਐਲਏ ਜਾਂ ਕੋਈ ਹੋਰ ਨੁਮਾਇੰਦਾ ਬਿਨਾਂ ਟੋਲ ਤੋਂ ਲੰਘਦਾ? ਟੋਲ ਨਹੀਂ ਦਿੰਦਾ ਕੋਈ ਵੀ। ਉਹ ਗਰੀਬ ਹੈ, ਤੁਸੀਂ ਟੋਲ ਦੇ ਰਹੇ ਹੋ ਨਾ, ਤੁਸੀਂ ਟੋਲ ਤੇ ਸੰਘਰਸ਼ ਕਰਦੇ ਹੋ। ਕਿਸੇ ਨੇ ਕੀਤਾ ਸੰਘਰਸ਼? ਉਹ ਪਾਰਟੀਬਾਜੀ। ਸਾਨੂੰ ਜੀ ਅਕਾਲੀ ਦਲ ਨੇ ਕਹਿਤਾ ਵੀ ਇੱਥੇ ਇਕੱਠ ਨਹੀਂ ਕਰਨਾ, ਸਾਨੂੰ ਜੀ ਕਾਂਗਰਸ ਨੇ ਕਹਿਤਾ ਇੱਥੇ ਇਕੱਠ ਨਹੀਂ ਕਰਨਾ। ਸਾਡੇ ਤੇ ਲਾਤਾ ਟੋਲ ਟੈਕਸ, ਜਾਓ ਕੁਰਾਲੀ ਨੂੰ ਦਿਓ ਟੈਕਸ। ਸੋ ਦੋਸਤੋ ਛੋਟੀਆਂ ਛੋਟੀਆਂ ਗੱਲਾਂ ਆਪਣੇ ਘਰਾਂ 'ਚ ਲਾਗੂ ਕਰੋ, ਤਾਂ ਜਾ ਕੇ ਤੁਸੀਂ ਸਰਕਾਰਾਂ ਨਾਲ ਲੜ ਸਕਦੇ ਹੋ। ਔਰ ਤੁਹਾਨੂੰ ਲਾਲਚ ਦਿੰਦੇ ਹੋ, ਤੁਸੀਂ ਸਭ ਤੋਂ ਜ਼ਿਆਦਾ ਲਾਲਚੀ ਲੋਕ ਹੋ। ਗੁੱਸਾ ਨਾ ਕਰਿਓ। ਫ੍ਰੀ ਚੀਜ਼ ਨੂੰ ਤਾਂ ਟੁੱਟ ਕੇ ਪੈ ਜਾਂਦੇ ਹੋ। ਫ੍ਰੀ ਚੀਜ਼ ਨਾ ਲਓ। ਅਣਖਾਂ ਅਣਖ, ਜੇ ਬੰਦੇ ਦੀ ਅਣਖ ਮਰ ਗਈ ਉਹਦਾ ਸਭ ਕੁਝ ਮਰ ਗਿਆ। ਉਹ ਕਿਸੇ ਨੇ ਕਿਹਾ, ਕਹਿੰਦੇ ਅਣਖ ਤੇ ਬਚ ਤਾਂ ਖਤਮ ਹੈ ਕਹਾਣੀ। ਮੁੱਲ ਅਣਖਾਂ ਦੇ ਪੈਂਦੇ ਨੇ ਜਹਾਨ ਤੇ, ਨਾ ਮੁੱਲ ਪੈਂਦੇ ਚਿੱਟੇ ਜੰਮਦੇ। ਉਹ ਸੂਰਮੇ ਕਿਸੇ ਨਹੀਂ ਬਣ ਜਾਣਾ, ਘਰ ਘਰ ਪੁੱਤ ਜੰਮਦੇ। ਗੱਲਾਂ ਨੇ, ਚੋਰ ਨੇ ਚੋਰੀ ਕਰਨੀ ਹੈ, ਘਰ ਵਾਲਿਆਂ ਨੇ ਆਪਣੀ ਹਿਫਾਜ਼ਤ ਕਰਨੀ, ਤੁਸੀਂ ਰਾਖੀ ਕਿਵੇਂ ਕਰਨੀ ਹੈ। ਇਸ ਮੂਵਮੈਂਟ ਨੂੰ ਤੋੜਨ ਵਾਸਤੇ, ਸੱਟਾਂ ਮਾਰਨ ਵਾਸਤੇ ਸਾਰੇ ਜਿਹੜੇ ਉੱਤੋਂ ਢੌਂਗ ਰਚਦੇ ਨੇ ਅਸੀਂ ਕਿਸਾਨ ਹਿੱਤੂ ਹੈ, ਉਹ ਸਾਰੇ ਤਰਲੋ ਮੱਛੀ ਹੋਏ ਨੇ ਵੀ ਯਾਰ ਇਹ ਕਿੱਥੇ ਡੱਡੂਆਂ ਦੀ ਪੰਸੇਰੀ ਇਕੱਠੀ ਹੋਊਗੀ। ਇਹ ਤਾਂ ਸਾਨੂੰ ਕੱਲ੍ਹ ਨੂੰ ਵਕਤ ਪਾਊਗੀ, ਇਹ ਤਾਂ ਕੱਲ੍ਹ ਨੂੰ ਸਾਨੂੰ ਵੋਟਾਂ 'ਚ ਅੱਖਾਂ ਦਿਖਾਉਣ ਲੱਗ ਜੂਗੀ। ਅੱਜ ਜੇ ਉਹ ਲੋਕ ਰੋਂਦੇ ਨੇ, ਅੱਜ ਉਹ ਜਿਹੜਾ ਕਾਨੂੰਨ ਬਣਿਆ ਉਹਨੂੰ ਨਹੀਂ ਰੋਂਦੇ,
ਉਹ ਆਪਣੇ ਵੋਟ ਬੈਂਕ ਨੂੰ ਰੋਕਦੇ ਵੀ ਸਾਡਾ ਵੋਟ ਬੈਂਕ ਜੇ ਖੁੱਸ ਗਿਆ ਤਾਂ ਅਸੀਂ ਕਿੱਥੇ ਜਾਏਂਗੇ। ਜੇ ਅੱਜ ਜੋ ਵੀ ਇਹ ਪਾਰਟੀਆਂ ਕਰ ਰਹੀਆਂ ਉਹ ਆਪਣੇ ਵੋਟ ਬੈਂਕ ਨੂੰ ਬਚਾਉਣ ਵਾਸਤੇ ਕਰ ਰਹੀਆਂ, ਤੁਹਾਡੇ ਹਿੱਤਾਂ ਵਾਸਤੇ ਨਹੀਂ ਕਰ ਰਹੀਆਂ। ਨਾ ਤੁਸੀਂ ਅੱਜ ਤੱਕ ਆਪਣੇ ਹਿੱਤ ਸੁਰੱਖਿਅਤ ਰੱਖਣ ਵਾਸਤੇ ਅੱਖਾਂ ਦਿਖਾਈਆਂ। ਬੜੀ ਸਾਫ਼ ਗੱਲ ਹੈ, ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ। ਸਾਧ ਸੰਗਤ, ਜਿੱਥੇ ਤੁਸੀਂ ਐਡਾ ਵੱਡਾ ਉਦਮ ਕਰਦੇ ਹੋ, ਮੈਨੂੰ ਇਹ ਗੱਲ ਪਤਾ ਨਹੀਂ ਮੇਰੇ ਮਾਈਂਡ ਦੇ ਵਿੱਚ ਕਿੱਦਾਂ ਆਈ ਵੀ ਆ, ਨਿਕਲਦੀ ਨਹੀਂ। ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਅੱਛੀ ਲੀਡਰਸ਼ਿਪ ਦਾ। ਜਿੰਨਾ ਚਿਰ ਅਸੀਂ ਕਹਿੰਦੇ ਆ ਕਿਤੇ ਇਕੱਠ ਹੋ ਗਿਆ, ਲੈ ਵੀ ਇਹ ਤੇ ਸਿਆਸੀ ਗੱਲ ਨਹੀਂ ਕਰਨੀ, ਨਾ ਸਿਆਸੀ ਗੱਲ ਨਹੀਂ ਕਰਨੀ। ਮੈਂ ਸਮਝਦਾ ਸਿਆਸਤ ਐਡੀ ਵੱਡੀ ਭਗਤੀ ਹੈ, ਜੇ ਬੰਦਾ ਇਮਾਨਦਾਰੀ, ਦਿਆਨਦਾਰੀ, ਲਗਨ ਨਾਲ ਘਰੋਂ ਰੋਟੀ ਖਾ ਕੇ ਕਿਸੇ ਦੀ ਸੇਵਾ ਕਰਕੇ ਆਵੇ, ਸਿਆਸਤ ਕਰਕੇ ਆਵੇ, ਤਾਂ ਇਹ ਤੋਂ ਵੱਡੀ ਭਗਤੀ ਨਹੀਂ। ਸਿਆਸਤ ਸਾਡੇ ਵਡੇਰਿਆਂ ਨੇ ਵੀ ਕੀਤੀ ਹੈ, ਪਰ ਅੱਜ ਦੀ ਸਿਆਸਤ ਔਰ ਉਹਨਾਂ ਦੀ ਸਿਆਸਤ ਦਾ ਜ਼ਮੀਨ ਸਮਾਨ ਦਾ ਫਰਕ ਦਾ ਇਹਦੇ ਕੋਈ ਕਸੂਰਵਾਰ ਨਹੀਂ। ਜੇ ਕਸੂਰਵਾਰ ਆ ਆਪਾਂ ਸਾਰੇ ਰਲ ਕੇ ਆ। ਵੀ ਆਪਣੇ ਹੱਕਾਂ ਪਿੱਛੇ ਸਾਨੂੰ ਚੰਗੀ ਤਰ੍ਹਾਂ ਲੜਨਾ ਚਾਹੀਦਾ, ਇਹਨੂੰ ਸਬਕ ਸਿਖਾਉਣਾ ਚਾਹੀਦਾ ਮੋਦੀ ਸਰਕਾਰ ਨੂੰ। ਇਹ ਕੀ ਹੋਇਆ ਮੋਦੀ ਮੋਇਆ, ਇਹ ਕੀ ਹੋਇਆ ਮੋਦੀ ਮੋਇਆ, ਇਹ ਕੀ ਹੋਇਆ ਮੋਦੀ ਮੋਇਆ। ਚਾਹ ਪਿਲਾਉਂਦਾ ਕੁਰਸੀ ਤੇ ਬਿਠਾਇਆ, ਚਾਹ ਪਿਲਾਉਂਦਾ ਕੁਰਸੀ ਤੇ ਬਿਠਾਇਆ, ਇਹ ਕੀ ਹੋਇਆ ਮੋਦੀ ਮੋਇਆ। ਨਰਿੰਦਰ ਮੋਦੀ ਮੁਰਦਾਬਾਦ, ਨਰਿੰਦਰ ਮੋਦੀ ਮੁਰਦਾਬਾਦ, ਕਿਸਾਨਾਂ ਦਾ ਵਿਰੋਧੀ ਮੁਰਦਾਬਾਦ, ਕਿਸਾਨਾਂ ਦਾ ਵਿਰੋਧੀ ਨਰਿੰਦਰ ਮੋਦੀ। ਸਰ, ਅੱਜ ਵਜੀਦਪੁਰ ਵਿਖੇ ਆਏ ਹੋ, ਕੀ ਰੀਜ਼ਨ ਰਿਹਾ ਤੇ ਕੀ ਕੁਛ ਇੱਥੇ ਜੋ ਐਕਟੀਵਿਟੀ ਅੱਜ ਕੀਤੀ ਜਾ ਰਹੀ ਹੈ? ਦੇਖੋ, ਜਿਹੜਾ ਵਜੀਦਪੁਰ ਦੇ ਵਿੱਚ ਅੱਜ ਇਕੱਠ ਹੋਇਆ, ਜਿਹੜਾ ਇਹ ਸੈਂਟਰ ਸਰਕਾਰ ਨੇ ਕਾਨੂੰਨ ਬਣਾਏ ਨੇ, ਇਹ ਬਹੁਤ ਅੱਛਾ ਇਹਨਾਂ ਦਾ ਉਦਮ ਹੈ। ਜਿਹੜਾ ਇਹਨਾਂ ਨੇ ਲੋਕ ਹਿੱਤ ਮਿਸ਼ਨ ਬਣਾ ਕੇ ਇਹਨਾਂ ਨੇ ਇਹ ਉਦਮ ਕੀਤਾ, ਇਹ ਕਿਸਾਨਾਂ ਨੂੰ ਅਵੇਅਰ ਕਰਦੇ ਨੇ। ਕਿਉਂਕਿ ਜਿਹੜੇ ਸੈਂਟਰ ਸਰਕਾਰ ਨੇ ਜਿਹੜੇ ਕਾਨੂੰਨ ਬਣਾਇਆ ਹੈ, ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ MSP ਨੂੰ ਭਾਵੇਂ ਅੱਜ ਕਹੀ ਜਾਂਦੇ ਨੇ MSP ਜਾਰੀ ਰਹੂਗੀ, ਤਾਂ ਇਹ 2-3 ਸਾਲ ਬਾਅਦ ਜਦੋਂ ਸਾਡਾ ਮੰਡੀ ਬੋਰਡ ਦਾ ਸਿਸਟਮ ਖਤਮ ਹੋ ਜਾਊਗਾ ਤਾਂ ਉਹ ਇਕੱਲੇ ਜਿਹੜੇ ਪ੍ਰਾਈਵੇਟ ਪਲੇਅਰ ਆ ਉਹ ਇਕੱਲੇ ਰਹਿ ਜਾਣਗੇ, ਤਾਂ ਸਾਨੂੰ ਦੋਨਾਂ ਹੱਥਾਂ 'ਚ ਲੁੱਟਣਗੇ। ਫਿਰ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਉਹਨਾਂ ਦੀ ਕੋਈ ਸਟਾਕ ਦੀ ਉਹਨਾਂ ਦੀ ਲਿਮਟ ਨਹੀਂ ਰੱਖੀ ਹੈ। ਫਿਰ ਜਿਹੜਾ ਉਹ ਲਾਇਸੈਂਸ ਹੈ ਉਹਦੀ ਉਹ ਕੋਈ ਕੰਡੀਸ਼ਨ ਨਹੀਂ ਹੈ। ਫਿਰ ਉਹਨਾਂ ਨੇ ਜਿਹੜਾ ਜੁਡੀਸ਼ਰੀ ਦਾ ਅਧਿਕਾਰ ਖੇਤਰ ਹੀ ਬੰਦ ਕਰਤਾ। ਜੇ ਕੋਈ ਡਿਸਪਿਊਟ ਸਾਡਾ ਕਿਸੇ ਨਾਲ ਪੈਂਦਾ ਪੈਸੇ ਦੇ ਸੰਬੰਧ ਦੇ ਵਿੱਚ, ਸਿਰਫ ਅਸੀਂ SDM ਨੂੰ ਐਪਲੀਕੇਸ਼ਨ ਦੇ ਸਕਦੇ ਹਾਂ, DC ਨੂੰ ਦੇ ਸਕਦੇ ਹਾਂ। ਅੱਗੇ ਅਸੀਂ ਕੋਰਟ ਦੇ ਵਿੱਚ ਨਹੀਂ ਚਾਰਾਜੋਈ ਕਰ ਸਕਦੇ। ਸੋ ਉਹਨਾਂ ਲੋਕਾਂ ਦੇ ਨਾਲ ਇੱਕ ਜਿਹੜਾ ਆਮ ਸਧਾਰਨ ਕਿਸਾਨ ਹੈ ਕਿਵੇਂ ਲੜੇਗਾ? ਸੋ ਬੜੀ ਚਿੰਤਾ ਦੀ ਗੱਲ ਹੈ। ਫਿਰ ਸਭ ਤੋਂ ਵੱਡੀ ਗੱਲ, ਜਿਹੜੇ ਸਾਡੇ ਉਹ ਕਹਿੰਦੇ ਨੇ ਅਸੀਂ ਸਾਰੇ ਹਿੰਦੁਸਤਾਨ ਦੀ ਮੰਡੀ ਕਰਤੀ। ਸਾਡਾ ਇੱਕ ਛੋਟਾ ਜਿਹੜਾ ਜ਼ਿਮੀਂਦਾਰ ਹੈ, 5 ਕਿੱਲਿਆਂ ਵਾਲਾ, 4 ਕਿੱਲਿਆਂ ਵਾਲਾ, ਉਹ ਤਾਂ ਆਪਣੀ ਲੋਕਲ ਮੰਡੀ ਤੱਕ ਮਸੀਂ ਪਹੁੰਚਦਾ। ਉਹ ਕਿਵੇਂ ਆਪਣੀ ਫਸਲ ਲੈ ਕੇ ਜਾਵੇਗਾ? ਹੁਣੇ ਤਾਜ਼ਾ ਤੁਹਾਡੇ ਸਾਹਮਣੇ ਹੈ, ਹਰਿਆਣਾ ਗਵਰਨਮੈਂਟ ਨੇ ਪਾਸ ਕਰਤਾ ਹੈ, ਉਹਨੇ ਹੁਕਮ ਜਾਰੀ ਕਰਤੇ ਵੀ ਅਸੀਂ ਪੰਜਾਬ ਔਰ ਰਾਜਸਥਾਨ ਦੀ ਕੋਈ ਵੀ ਫਸਲ ਅਸੀਂ ਹਰਿਆਣੇ 'ਚ ਨਹੀਂ ਵਿਕਣ ਦੇਣੀ। ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਆਪਣੇ ਲੈਵਲ ਦੇ ਉੱਤੇ ਜੋ 31 ਜੂਨ ਤੁਸੀਂ ਦੱਸ ਰਹੇ ਹੋ ਯੂਨੀਅਨ ਆਪਣਾ ਕਰ ਰਹੀਆਂ ਨੇ, ਲੇਕਿਨ ਰਾਜਨੀਤਿਕ ਪਾਰਟੀਆਂ ਨੇ ਉਹ ਅਲੱਗ ਤੌਰ ਤੇ ਆਪਣਾ ਜੋ ਪ੍ਰਦਰਸ਼ਨ ਰੋਕ ਦਿਖਾਵੇ ਕਰ ਰਹੇ ਨੇ, ਉਹਨਾਂ ਬਾਰੇ ਕੀ ਕਹੋ? ਦੇਖੋ, ਰਾਜਨੀਤਿਕ ਪਾਰਟੀਆਂ ਨੇ ਜੇ ਆਪਣੇ ਸਮੇਂ ਦੇ ਵਿੱਚ ਸਹੀ ਰੋਲ ਅਦਾ ਕੀਤਾ ਹੁੰਦਾ ਤਾਂ ਅੱਜ ਕਿਸਾਨ ਜਥੇਬੰਦੀਆਂ ਨੂੰ ਲਾਈਨਾਂ ਤੇ ਸੌਣ ਦੀ, ਪੱਥਰਾਂ ਤੇ ਸੌਣ ਦੀ ਲੋੜ ਨਹੀਂ ਸੀ, ਸੜਕਾਂ ਦੇ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਨਹੀਂ ਸੀ। ਜਿਹੜੇ ਅਸੀਂ ਆਪਣੇ ਪੋਲੀਟੀਕਲ ਬੰਦਿਆਂ ਨੂੰ ਚੁਣ ਕੇ ਭੇਜਦੇ ਹਾਂ, ਇਸੇ ਕਰਕੇ ਭੇਜਦੇ ਹਾਂ। ਜੇ ਕਾਂਗਰਸ ਦੀ ਗੱਲ ਕਰ ਲਈਏ, ਜਦੋਂ 6 ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਈ ਹੈ ਤਾਂ ਉਦੋਂ ਕੈਪਟਨ ਸਾਹਿਬ ਗਏ ਨਹੀਂ ਹੈ, ਉਹ ਘਰ ਬੈਠੇ ਗਏ। ਉੱਥੇ ਜਾ ਕੇ ਉਹ ਵਿਰੋਧ ਕਰਦੇ, ਇਹਦੇ ਬਾਰੇ ਆ ਕੇ ਕੋਈ ਸਟੇਟਮੈਂਟ ਜਾਰੀ ਕਰਦੇ ਜਿਹਦੇ ਨਾਲ ਲੋਕਾਂ ਨੂੰ ਪਤਾ ਲੱਗਦਾ। ਜੇ ਅਕਾਲੀ ਦਲ ਦੀ ਗੱਲ ਕਰੀ ਜਾਵੇ, ਜੇ 5 ਜੂਨ ਨੂੰ ਬੀਬਾ ਹਰਸਿਮਰਤ ਉਦੋਂ ਹੀ ਰਿਜ਼ਾਈਨ ਕਰ ਦਿੱਤਾ, ਅੱਜ ਨੂੰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਹੀਰੋ ਹੁੰਦਾ। ਜੇ ਉਹਨਾਂ ਨੇ ਆਪਣੀ ਮਿਨਿਸਟਰ ਰਿਜ਼ਾਈਨ ਕੀਤਾ ਤਾਂ ਇਹ ਲੋਕਾਂ ਦੇ ਵਿਦਰੋਹ ਦੇ ਬਾਵਜੂਦ ਕੀਤਾ। ਫਿਰ ਉਹ ਕਿੰਨਾ ਚਿਰ ਇਹਨਾਂ ਆਰਡੀਨੈਂਸਾਂ ਨੂੰ ਠੀਕ ਠਹਿਰਾਉਂਦੇ ਰਹੇ, ਕਿਸਾਨ ਹੀ ਤੂੰ ਹੈ, ਤੁਹਾਡੀ ਤਕਦੀਰ ਬਦਲ ਦੇਣਗੇ। ਫਿਰ ਉਹ ਚਿੱਠੀ ਲਿਆ ਕੇ ਸੁਖਬੀਰ ਬਾਦਲ ਜੀ ਨੇ ਲੋਕਾਂ ਨੂੰ ਦਿਖਾਈ, ਇਹ ਗਮਰਾਹ। ਪਰ ਜਦੋਂ ਫਿਰ ਵੱਡੇ ਬਾਦਲ ਸਾਹਿਬ ਨੂੰ ਵੀ ਉਹਨਾਂ ਨੇ ਬਾਹਰ ਲੈ ਕੇ ਸਟੇਟਮੈਂਟ ਦਵਾਈ, ਪਰ ਜਦੋਂ ਲੋਕਾਂ ਦਾ ਵਿਦਰੋਹ ਸ਼ਾਂਤ ਨਾ ਹੋਇਆ ਤਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਫਿਰ ਉਹਨਾਂ ਨੇ ਆਪਣੀ ਭਾਈਵਾਲੀ ਪਾਰਟੀ ਨਾਲ ਉਹਨਾਂ ਨੇ ਨਾਤਾ ਤੋੜਿਆ, ਪਰ ਉਹਨਾਂ ਨੇ ਅੱਜ ਵੀ ਸਿਰਫ ਆਪਣਾ ਵੋਟ ਬੈਂਕ ਬਚਾਉਣ ਵਾਸਤੇ ਜਦੋਜਹਿਦ ਕੀਤੀ ਹੈ। ਜੇ ਉਹਨਾਂ 'ਚ ਗੰਭੀਰਤਾ ਹੁੰਦੀ ਤਾਂ ਉਹਨਾਂ ਕੋਲ, ਕਾਂਗਰਸ ਪਾਰਟੀ ਕੋਲ, ਅਕਾਲੀ ਦਲ ਕੋਲ ਕੇਡਰ ਹੈ ਜਿਹੜਾ ਰੂਟਸ ਨਾਲ ਜੁੜਿਆ ਹੋਇਆ,
ਆਮ ਆਦਮੀ ਪਾਰਟੀ ਕੋਲ ਵੀ ਕੇਡਰ ਹੈ। ਜੇ ਇਹ ਦਿਲੋਂ ਸਾਫ਼ ਹੁੰਦੇ ਤਾਂ ਇਹ ਸਾਰਿਆਂ ਨੇ ਰਲ ਕੇ ਕਿਤੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਦਿੱਲੀ ਨੂੰ ਸ਼ੁਰੂ ਹੁੰਦੇ ਵੀ ਹਾਂ ਅਸੀਂ ਇਹ ਫੈਸਲਾ ਕਿਉਂ ਲੜਾਈ ਲੜਨੀ ਹੈ। ਕਿਉਂਕਿ ਜੇ ਇੱਥੇ ਤੁਸੀਂ ਤਖਤਾਂ ਤੋਂ ਮਾਰਚ ਕਰਕੇ ਜਾਂ ਕਾਂਗਰਸ ਵਾਲੇ ਇੱਥੇ ਲੋਕਲ ਲੈਵਲ ਤੇ ਧਰਨੇ ਦੇ ਕੇ ਸਿਰਫ ਆਪਣੀ ਹੋਂਦ ਕਾਇਮ ਰੱਖਣਾ ਚਾਹੁੰਦੇ ਨੇ, ਆਪਣੇ ਵੋਟ ਬੈਂਕ ਨੂੰ ਕਾਇਮ ਰੱਖਣਾ ਚਾਹੁੰਦੇ ਨੇ, ਉਹ ਦਿਲੋਂ ਜੇ ਇਸ ਵੱਲ ਤਿਆਰ ਹੁੰਦੇ ਆ ਵੀ ਅਸੀਂ ਪੰਜਾਬ ਦੀ ਹਰ ਭਾਈਚਾਰੇ ਨੂੰ ਬਚਾਉਣਾ ਜੋ ਵੀ ਪੰਜਾਬ ਦੇ ਵਿੱਚ ਵੱਸਦਾ, ਤਾਂ ਉਹਨਾਂ ਨੂੰ ਅੱਜ ਵੀ ਅਸੀਂ ਅਪੀਲ ਕਰਾਂਗੇ ਵੀ ਉਹ ਕੋਈ ਵੱਡੀ ਜਿਹੜੀ ਕੋਈ ਚੰਗੇ ਨਤੀਜੇ ਕੱਢ ਸਕਣ, ਉਹ ਲੜਾਈ ਦੇਣ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ। ਬਜੀਤਪੁਰ ਜੀ ਅੱਜ ਤੇ ਮੋਦੀ ਦਾ ਪੁਤਲਾ ਫੂਕਿਆ ਗਿਆ ਹੈ, ਕੁਝ ਹੋਰ ਐਕਟੀਵਿਟੀਜ਼ ਕੀਤੀਆਂ ਨੇ, ਕੀ ਕਹੋਗੇ ਸਾਰੇ ਪੁਤਲਾ? ਇਹ ਜੋ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਨੂੰ ਖਤਮ ਕਰਨ ਦੇ ਲਈ ਬਿੱਲ ਪਾਸ ਕੀਤਾ ਗਿਆ ਹੈ, ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਕਿਸਾਨ ਇਹਦਾ ਵਿਰੋਧ ਕਰ ਰਿਹਾ ਹੈ, ਸੜਕਾਂ ਤੇ ਆ ਚੁੱਕਾ, ਆਪਣੀਆਂ ਫਸਲਾਂ ਨੂੰ ਛੱਡ ਚੁੱਕਾ ਹੈ। ਇਸੇ ਤਹਿਤ ਮੋਹਾਲੀ ਜ਼ਿਲ੍ਹੇ ਦੇ ਬਲਾਕ ਮਾਜਰੀ ਅਧੀਨ ਪਿੰਡ ਬਜੀਤਪੁਰ ਵਿਖੇ ਕਿਸਾਨ ਇਕੱਤਰਤਾ ਹੋਈ, ਬੁਲਾਰਿਆਂ ਵੱਲੋਂ ਇਸ ਤੇ ਮੰਥਨ ਕੀਤਾ ਗਿਆ ਜੋ ਇਹ ਬਿੱਲ ਹੈ। ਉਸ ਤੋਂ ਉਪਰੰਤ ਮੋਦੀ ਦਾ ਪੁਤਲਾ ਸਾੜ ਕੇ ਸੁਨੇਹਾ ਦਿੱਤਾ ਗਿਆ ਕਿ ਅਸੀਂ ਕਦੇ ਵੀ ਜੋ ਪਰਜਾ ਹੈ ਰਾਜੇ ਦੇ ਉਸ ਹੁਕਮ ਤੋਂ ਜੋ ਸਾਡੇ ਹਿੱਤ ਵਿੱਚ ਨਹੀਂ, ਖੁਸ਼ ਨਹੀਂ ਹੈ, ਉਹ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ। ਇਸ ਲਈ ਜੋ ਇਹ ਲੋਕ ਹਿੱਤ ਮਿਸ਼ਨ ਹੈ ਬਲਾਕ ਮਾਜਰੀ ਵਿੱਚ, ਜੋ ਕਿ ਸਮਾਜ ਭਲਾਈ ਕਾਰਜਾਂ ਨੂੰ ਲੈ ਕੇ ਸਮੂਹ ਸੰਸਥਾਵਾਂ ਦੇ ਜੋ ਆਗੂ ਸਨ, ਵੱਖ-ਵੱਖ ਥਾਵਾਂ ਤੇ ਕੰਮ ਕਰਦੇ ਸਨ, ਉਹਨਾਂ ਨੂੰ ਇੱਕ ਮੰਚ ਤੇ ਲਿਆ ਕੇ ਇਸ ਦਾ ਗਠਨ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਜਿੱਥੇ ਹੋਰ ਭਾਵੇਂ ਵੱਖ-ਵੱਖ ਕਾਰਜ ਨੇ, ਪਰ ਉਹ ਕਿਸਾਨੀ ਸੰਘਰਸ਼ ਤੋਂ ਕੀਤੀ ਗਈ ਅੱਜ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਕਿੱਥੋਂ ਤੱਕ ਅੱਗੇ ਤੱਕ ਜਾਏਗਾ? ਇਹ ਜੀ ਦੇਖੋ, ਸੰਘਰਸ਼ ਲੰਮਾ ਹੈ, ਪਰ ਸਰਕਾਰਾਂ ਦੇ ਤੱਕ ਲੜਨਾ ਪੈਣਾ। ਇੰਨੀ ਜਲਦੀ ਸਰਕਾਰਾਂ ਨਹੀਂ ਮੰਨਦੀਆਂ ਹੁੰਦੀਆਂ, ਪਰ ਇਹ ਗੱਲ ਜ਼ਰੂਰ ਹੈ ਹੁਣ ਟੱਕਰ ਪੰਜਾਬੀਆਂ ਦੇ ਨਾਲ ਹੋਈ ਹੈ, ਜੋ ਬਹਾਦਰ ਉਸ ਗੁਰੂ ਸਾਹਿਬ ਦੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਤੇ ਹੁਣ ਬੱਚਾ ਵੀ ਅੱਜ ਪਹਿਲੀ ਵਾਰੀ ਇਹ ਹੈ ਕਿ ਨੌਜਵਾਨ ਬੱਚੇ, ਉਹ ਵੀ ਛੋਟੇ ਤੁਸੀਂ ਦੇਖ ਸਕਦੇ ਹੋ ਮੀਡੀਆ ਰਾਹੀਂ, ਕਿ ਸੜਕਾਂ ਤੇ ਰੇਲਾਂ ਦੀਆਂ ਲਾਈਨਾਂ ਤੇ ਬੈਠੇ ਨੇ। ਭਾਵੇਂ ਜਿੰਨਾ ਵੀ ਸਮਾਂ ਲੱਗੇ, ਜਦੋਂ ਤੱਕ ਮੋਦੀ ਇਸ ਨੂੰ ਵਾਪਸ ਨਹੀਂ ਲੈ ਲੈਂਦਾ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਪੂਰੀ ਤਰ੍ਹਾਂ ਇਸੇ ਤਰ੍ਹਾਂ ਵਿਰੋਧ ਹੁੰਦਾ ਰਹੇਗਾ। ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਨਵੀਆਂ ਪਲਾਨਿੰਗ ਹੈ? ਪਲਾਨਿੰਗ ਤਾਂ ਜੀ ਸਭ ਤੋਂ ਪਹਿਲਾਂ ਇਹ ਹੈ ਜੇ ਸ਼ਾਂਤਮਈ, ਦੇਖੋ ਧਰਨਾ ਚੱਲ ਰਿਹਾ, ਪਹਿਲਾਂ ਅਪੀਲ ਕੀਤੀ ਗਈ ਸੀ, ਪੰਜਾਬ ਬੰਦ ਕੀਤਾ ਗਿਆ ਸੀ, ਫਿਰ ਰੇਲਾਂ ਰੋਕੀਆਂ ਗਈਆਂ, ਤੇ ਅੱਗੇ ਜੋ ਵੀ ਸੰਸਥਾਵਾਂ ਦਾ ਅਗਰ ਇਹਨੇ ਨਾ ਮੰਨਿਆ ਤਾਂ ਅੱਗੇ ਜਾ ਕੇ ਦਿੱਲੀ ਦੇ ਬਾਰਡਰ ਵੀ ਸੀਲ ਕੀਤੇ ਜਾ ਸਕਦੇ ਨੇ। ਵੱਡੀ ਪੱਧਰ ਤੇ ਸੰਘਰਸ਼ ਤੇਜ਼ ਹੀ ਹੋਵੇਗਾ। ਕੀ ਕਹੋਗੇ ਕਿ ਇੱਕ ਪਾਸੇ ਕਿਸਾਨ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਦੂਸਰੇ ਪਾਸੇ ਰਾਜਨੀਤਿਕ ਪਾਰਟੀਆਂ ਅਲੱਗ ਤੁਰੀਆਂ ਹੋਈਆਂ ਨੇ, ਕੀ ਇਹ ਇੱਕ ਮੰਚ ਦੇ ਉੱਤੇ ਇਕੱਠੇ ਹੋ ਕੇ ਪੂਰਾ ਜੋ ਇਹ ਵਿਰੋਧ ਹੈ ਇਹਦਾ ਨਹੀਂ ਕੀਤਾ ਜਾ ਸਕਦਾ? ਨਹੀਂ, ਹੋਣਾ ਤਾਂ ਹੀ ਚਾਹੀਦਾ ਸੀ ਕਿ ਕਿਉਂ ਉਹਨਾਂ ਨੇ ਸਾਡੀ ਰਹਿਨਮਾਈ ਕਰਨੀ ਹੁੰਦੀ ਹੈ, ਸਾਡੇ ਆਗੂਆਂ ਨੇ ਭਾਵੇਂ ਕਿਸੇ ਵੀ ਪਾਰਟੀ ਵਿੱਚ ਹੋਣ, ਪਰ ਉਹਨਾਂ ਨੇ ਹਮੇਸ਼ਾ ਆਪਣੇ ਹਿੱਤਾਂ ਨੂੰ, ਜਦੋਂ ਵੀ ਸੰਘਰਸ਼ ਹੋਇਆ, ਜਦੋਂ ਉਹਨਾਂ ਪਾਰਟੀਆਂ ਦੇ ਹੱਥਾਂ ਵਿੱਚ ਗਿਆ ਤਾਂ ਹਮੇਸ਼ਾ ਉਹ ਵਿਕ ਗਿਆ। ਇਸੇ ਤਹਿਤ ਪਹਿਲੀ ਵਾਰ ਹੋਇਆ ਕਿ ਉਹਨਾਂ ਪਾਰਟੀਆਂ ਨੂੰ ਅਲੱਗ ਛੱਡ ਕੇ ਲੋਕ ਆਪ ਮੁਹਾਰੇ ਚੱਲੇ ਨੇ। 31 ਮੈਂਬਰੀ ਪਹਿਲਾਂ ਕਮੇਟੀ ਬਣੀ ਸੀ, ਜਿਸ ਦੇ ਵਿੱਚੋਂ ਕੱਲ੍ਹ ਨੂੰ ਸ਼ਾਇਦ ਐਲਾਨ ਹੋ ਜਾਵੇਗਾ, ਸਿਰਫ 5 ਮੈਂਬਰੀ ਕਮੇਟੀ ਮੇਨ ਲੈ ਕੇ ਸਾਰੀਆਂ ਹੀ ਸੰਸਥਾਵਾਂ ਦੀ ਜੋ ਹੈਗੀ ਉਹ ਅੱਗੇ ਫੈਸਲਾ ਕਰਿਆ ਕਰੇਗੀ। ਜਿਸ ਤਰ੍ਹਾਂ ਹਰਸਿਮਰਤ ਬਾਦਲ ਨੇ ਇਸ ਖੇਤੀ ਆਰਡੀਨੈਂਸ ਬਿੱਲ ਦਾ ਵਿਰੋਧ ਦੇ ਵਿੱਚ ਆਪਣਾ ਉਹ ਦਿੱਤਾ, ਅਸਤੀਫਾ ਵੀ ਦਿਆ, ਲੇਕਿਨ ਉਸ ਤੋਂ ਬਾਅਦ ਭਾਜਪਾ ਸਰਕਾਰ ਦੁਆਰਾ ਉਹਨੂੰ ਕੋਈ ਹੋਰ ਕਮੇਟੀ ਦੇ ਸਲਾਹਕਾਰ ਦੀ ਪੋਸਟ ਦਿੱਤੀ ਗਈ ਹੈ। ਕੀ ਮੰਨਦੇ ਹੋ ਕਿ ਅਕਾਲੀ ਜੋ ਭਾਜਪਾ ਦਾ ਗੱਠਜੋੜ ਦਿਖਾਇਆ ਜਾ ਰਿਹਾ ਟੁੱਟ ਗਿਆ ਹੈ, ਉਹ ਉੱਪਰਲੇ ਅਹੁਦੇ ਤੇ ਉਹ ਜਿਉਂਦਾ ਹੈ ਜੇ ਵੀ? ਨਹੀਂ, ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਿਰਫ ਉਹਨਾਂ ਦੇ ਸਿਆਸੀ ਮਫਾਦ ਨੇ। ਹੋ ਸਕਦਾ ਹੈ ਮੋਦੀ ਦੇ ਰਾਹੀਂ ਸਭ ਕੁਝ ਹੋ ਰਿਹਾ ਹੋਵੇ ਕਿ ਲੋਕਾਂ ਨੂੰ ਟਿਕਾਉਣ ਦੇ ਲਈ, ਭਰਮਾਉਣ ਦੇ ਲਈ, ਭਾਵੇਂ ਅੱਜ ਅਕਾਲੀ ਦਲ ਇਹ ਕੁਝ ਕਰ ਰਿਹਾ, ਕਾਂਗਰਸ ਟਰੈਕਟਰਾਂ ਤੇ ਰੈਲੀਆਂ ਦਿੱਲੀ ਦੀ ਜਗ੍ਹਾ ਆ ਕੇ ਪੰਜਾਬ ਵਿੱਚ ਕੱਢ ਰਹੀ, ਆਮ ਆਦਮੀ ਪਾਰਟੀ ਪਿੰਡਾਂ ਵਿੱਚ ਮਤੇ ਪਵਾ ਕੇ ਆਪਣਾ ਉਹ ਕਰ ਰਹੀ ਹੈ, ਪਰ ਇੱਕ ਮੰਚ ਤੇ ਸੰਘਰਸ਼ ਉਹਨਾਂ ਵੱਲੋਂ ਭਾਵੇਂ ਨਹੀਂ ਲੜਿਆ ਜਾ ਰਿਹਾ, ਪਰ ਜੋ ਲੋਕ ਨੇ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਲਈ ਸਵਾਲ ਖੜੇ ਕਰਤੇ ਨੇ ਸਿਆਸੀ ਪਾਰਟੀਆਂ ਦੇ ਲਈ, ਕਿ ਉਹ ਆਪ ਮੁਹਾਰੇ ਸਾਰੇ ਮਫਾਦ ਛੱਡ ਕੇ ਇੱਕ ਮੁੱਦੇ ਨੂੰ ਲੈ ਕੇ ਖੜੇ ਨੇ। ਖੇਡ ਜਗਤ ਅਤੇ ਦੇਸ਼ ਦੁਨੀਆ ਦੀ ਹਰ ਵੱਡੀ ਤੋਂ ਵੱਡੀ ਖਬਰ ਲਈ ਹੁਣੇ ਕਰੋ ਸਾਡੇ ਚੈਨਲ ਪੰਜਾਬ ਆਪ ਨਿਊਜ਼ ਨੂੰ ਸਬਸਕ੍ਰਾਈਬ ਅਤੇ ਵੈਬਸਾਈਟ ਤੇ ਬ੍ਰੇਕਿੰਗ ਨਿਊਜ਼ ਦੇਖਣ ਲਈ ਜਾਓ www.punjabapnews.com ਤੇ।